परम सत्कारयोग सतगुरां दी साजी निवाजी गुरु रूप प्यारी साध संगत जी, धन्यवाद श्री गुरु ग्रंथ साहिब जी महाराज जियां दे चरना कमलों विखे पहुँच के जन्म दे कुछ पल सफलियां करन दे यतन करते हाँ। अकाल पुरख महाराज जियां ने शब्द के रूप दे विच सानू गुरु बख्शिश कीता है कि शब्द दे नाल जिन्नी ये दुनिया है, इस दुनिया नूं शब्द दे राही ज्ञान की प्राप्ति होवे, क्योंकि अज्ञानी मनुख दे हिरदे दे विचों पाप जन्म लेंदे हन, बेईमानी जन्म लेंदी है, दुराचार अत्याचार ये सारियां अज्ञानता दे वस होके ही मनुख दे हिरदे दे विचों ये वस्तुआं जन्म लैंदियां ने। जद गुरु नानक देव साहब महाराज नूं पुछया गया कि तुहाडा गुरु कौन है, तो गुरु साहिब जी महाराज जवाब दिंदे ने, शब्द गुरु सुरत धुन चेला। शब्द ही साडा जिहड़ा है वो गुरु है, क्योंकि शब्द ने मनुख दे हिरदे दे अंदर चानना करना है। जिन्हां दे शब्द दे द्वारा अंदरों चानना होया, उन्हां दे अंदरों अणभवी ज्ञान जिहड़ा है वो फुटेगा। विद्या एक किताबी है, किताबां दे विचों पढ़ पढ़ के ज्ञान लेना है। जिन्ना क पढ़िया है उन्ना क ही ज्ञान मिलेगा, उस तो वध नहीं। जिन्ना पढ़िया है इनू ओडी की डिग्री मिलेगी, उस तो वड्डी नहीं। अणभवी ज्ञान जिहड़ा है ये इंज है जिमें पहाड़ां दे सीनिਆਂ दे विचों झरने निकलते ने, और जिन्ना जिन्ना लम्मा समा हो गया ये झरने निरंतर निकलते रहंदे ने। श्रोमणी भगत रविदास जी, जिन्हां वास्ते विद्या पढ़न वास्ते भी कोई जगह नहीं सी, मंदिरां दे दरवाजे भी जिहड़े उन्हां वास्ते बंद सन। धार्मिक स्थानां वास्ते धार्मिक स्थानां दे जिहड़े दरवाजे सी रविदास वास्ते बंद सन। पर फिर भी उन्हां दे अंदरों एक झरना ऐसा फुटिया शब्द दे द्वारा, जिहड़ा उस झरने दे अगे कोई भी सी जिहड़ा वो रुक नहीं सकिया। भावें उन्हां समयां दे विच ब्राह्मण लोकां ने बड़े वड्डे वड्डे धार्मिक ग्रंथ पढ़े हुए सन, बड़े वड्डे वड्डे धार्मिक ग्रंथ उन्होंने सिरां ते चुक के तुरदे सन। बड़ा कुछ ये सी जिहड़ा ब्राह्मण लोग करते सन।
ਉਹਨਾਂ ਦੇ ਕੋਲ ਓਨਾ ਕੁ ਗਿਆਨ ਸੀ ਜਿੰਨਾ ਕੁ ਉਹਨਾਂ ਨੇ ਪੜ੍ਹਿਆ ਸੀ। ਪੜ੍ਹਿਆ ਹੋਇਆ ਗਿਆਨ ਇੰਝ ਹੈ ਜਿਵੇਂ ਸਾਡੇ ਘਰੇ ਰੱਖਿਆ ਹੋਇਆ ਪਾਣੀ ਹੈ ਅਤੇ ਇੱਕ ਪਹਾੜਾਂ ਦੇ ਸੀਨਿਆਂ ਦੇ ਵਿੱਚੋਂ ਝਰਨਾ ਨਿਕਲ ਰਿਹਾ ਹੈ। ਜਦ ਜਹਲਾਵਾੜ ਦੀ ਰਾਣੀ ਉਹਨੇ ਰਵਿਦਾਸ ਭਗਤ ਦੀਆਂ ਬਹੁਤ ਸਾਰੀਆਂ ਸਿਫਤਾਂ ਜਿਹੜੀਆਂ ਸੀ ਉਹ ਸੁਣੀਆਂ ਨੇ। ਰਵਿਦਾਸ ਭਗਤ ਦੀਆਂ ਸਿਫਤਾਂ ਸੁਣ ਕੇ ਉਹ ਰਾਣੀ ਨੇ ਰਵਿਦਾਸ ਭਗਤ ਨੂੰ ਸੱਦਾ ਭੇਜਿਆ ਕਿ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੀ ਸੇਵਾ ਕਰਨੀ ਚਾਹੁੰਦੇ ਹਾਂ। ਰਵਿਦਾਸ ਭਗਤ ਜੀ ਚਲੇ ਗਏ। ਉਹਨਾਂ ਨੇ ਬ੍ਰਹਮ ਭੋਜ ਕੀਤਾ ਰਾਣੀ ਨੇ, ਅਤੇ ਬ੍ਰਾਹਮਣਾਂ ਨੂੰ ਵੀ ਸੱਦਾ ਦੇ ਦਿੱਤਾ। ਬ੍ਰਾਹਮਣ ਬੜੇ ਖੁਸ਼ੀਆਂ ਅਤੇ ਚਾਵਾਂ ਦੇ ਨਾਲ ਉੱਥੇ ਗਏ, ਪਰ ਜਦ ਰਵਿਦਾਸ ਭਗਤ ਜੀ ਉੱਥੇ ਪਹੁੰਚ ਗਏ ਅਤੇ ਸਾਰੇ ਦੇ ਸਾਰੇ ਬ੍ਰਾਹਮਣ ਇੱਕ ਪਾਸੇ ਹੋ ਗਏ ਨੇ। ਪਟਰਾਣੀ ਰਾਣੀ ਨੂੰ ਕਹਿਣ ਲੱਗੇ, ਰਾਣੀ, ਅਸੀਂ ਇਸ ਸੂਦਰ ਦੇ ਬਰਾਬਰ ਬੈਠ ਕੇ ਭੋਜਨ ਨਹੀਂ ਛਕਣਾ। ਇੱਕ ਪਾਸੇ ਰਾਣੀ ਬ੍ਰਾਹਮਣਾਂ ਨੂੰ ਵੀ ਨਹੀਂ ਕਹਿ ਸਕਦੀ ਕਿ ਤੁਸੀਂ ਘਰ ਦੇ ਵਿੱਚੋਂ ਚਲੇ ਜਾਓ, ਰਵਿਦਾਸ ਭਗਤ ਨੂੰ ਵੀ ਨਹੀਂ ਕਹਿ ਸਕਦੀ। ਅਤੇ ਬੜੀ ਉੱਥੇ ਜ਼ਿੰਦਗੀ ਦੀ ਤਾਣੀ ਸੀ ਜਿਹੜੀ ਉਹ ਉਲਝ ਗਈ। ਬਹੁਤੀ ਤਾਣੀ ਜਦੋਂ ਉਲਝੀ ਹੋਈ ਰਵਿਦਾਸ ਭਗਤ ਨੇ ਦੇਖਿਆ, ਅਕਸਰ ਇਹ ਰਾਣੀ ਦੇ ਕੋਲ ਖੁਦ ਚਲੇ ਗਏ। ਰਾਣੀ ਸਾਹਿਬਾਂ, ਕੀ ਗੱਲ ਹੋਈ ਹੈ? ਉਹ ਕਹਿਣ ਲੱਗੀ, ਗੱਲ ਹੈ ਕਿ ਬ੍ਰਾਹਮਣ ਕਹਿੰਦੇ ਨੇ ਤੁਹਾਡੇ ਨਾਲ ਬੈਠ ਕੇ ਅਸੀਂ ਭੋਜਨ ਨਹੀਂ ਛਕਣਾ, ਅਤੇ ਹੁਣ ਨਾ ਤਾਂ ਮੈਂ ਕੁਛ ਬ੍ਰਾਹਮਣਾਂ ਨੂੰ ਕਹਿ ਸਕਦੀ ਹਾਂ, ਨਾ ਮੈਂ ਤੁਹਾਨੂੰ ਕੁਛ ਕਹਿ ਸਕਦੀ ਹਾਂ। ਰਵਿਦਾਸ ਭਗਤ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਇਹ ਆਪਣੇ ਆਪ ਨੂੰ ਉੱਚ ਘਰਾਣਿਆਂ ਦੇ ਸਮਝਦੇ ਨੇ ਤੇ ਉੱਚ ਘਰਾਣਿਆਂ ਦੇ ਸਮਝਦੇ ਨੇ, ਉੱਚ ਘਰਾਣਿਆਂ ਦੇ ਵਿੱਚ ਜਿੰਨੇ ਵੀ ਬ੍ਰਹਮ ਗਿਆਨੀ ਪੈਦਾ ਹੋਏ ਨੇ, ਉਹਨਾਂ ਨੂੰ ਅਵਤਾਰਾਂ ਦਾ ਦਰਜਾ ਦਿੱਤਾ ਗਿਆ ਹੈ। ਇਹ ਅਵਤਾਰੀ ਪੁਰਖ ਨੇ। ਭਗਵਾਨ ਰਾਮ ਜੀ, ਭਗਵਾਨ ਕ੍ਰਿਸ਼ਨ ਜੀ, ਹੋਰ ਜਿਹੜੇ ਉੱਚ ਘਰਾਣਿਆਂ ਦੇ ਵਿੱਚ ਪੈਦਾ ਹੋਏ ਰਾਜੇ ਨੇ, ਅਵਤਾਰੀ ਪੁਰਖ ਨੇ। ਪਰ ਰਵਿਦਾਸ ਜੀ ਜਿਹੜੇ ਚਮਾਰ ਦੇ ਘਰ ਦੇ ਵਿੱਚ ਪੈਦਾ ਹੋਏ ਨੇ, ਉਹਨਾਂ ਨੂੰ ਭਗਤ ਦੁਨੀਆ ਨੇ ਮੰਨਿਆ ਵੀ ਹੈ, ਮੰਨਿਆ ਵੀ ਨਹੀਂ ਹੈ। ਆਮ ਸਿਆਣਿਆਂ ਦੀ ਇੱਕ ਕਹਾਵਤ ਹੈ, ਕਹਿੰਦੇ ਦਾਤਰੀ ਦੇ ਇੱਕ ਪਾਸੇ ਦੰਦੇ ਨੇ, ਦੁਨੀਆ ਦੇ ਦੋਨੇ ਪਾਸੇ ਦੰਦੇ ਨੇ। ਭਗਤ ਮੰਨਿਆ ਵੀ ਹੈ ਅਤੇ ਮੰਨਿਆ ਵੀ ਨਹੀਂ। ਸ੍ਰੇਸ਼ਟ ਕਰਕੇ ਨਹੀਂ ਮੰਨਿਆ ਗਿਆ। ਹਾਲਾਂਕਿ ਰਵਿਦਾਸ ਭਗਤ ਦਾ ਜਿਹੜੇ ਹਿਰਦੇ ਦੇ ਵਿੱਚੋਂ ਸ਼ਬਦ ਨਿਕਲੇ ਨੇ, ਉਹ ਕੋਈ ਆਮ ਹਿਰਦਾ ਨਹੀਂ ਸੀ, ਕੋਈ ਆਮ ਹਿਰਦਾ ਨਹੀਂ ਸੀ। ਪਰ ਸੰਦੇਸ਼ ਜਿਹੜਾ ਹੈ ਰਵਿਦਾਸ ਭਗਤ ਦਾ, ਉਹ ਸਾਰੇ ਦੇ ਸਾਰੇ ਲੋਕਾਂ ਨੂੰ ਇੱਕੋ ਜਿਹਾ ਹੀ ਸੰਦੇਸ਼ ਹੈ। ਉਹਨਾਂ ਨੇ ਆਪਣਾ ਕੁਛ ਵੀ
ਦੁਨੀਆ ਤੋਂ ਲੁਕੋ ਕੇ ਨਹੀਂ ਰੱਖਿਆ ਸੀ। ਰਵਿਦਾਸ ਭਗਤ ਜੀ ਕਹਿਣ ਲੱਗੇ, ਰਾਣੀ ਚਲੋ ਮੈਂ ਬਾਹਰ ਚਲਿਆ ਜਾਂਦਾ, ਤੁਸੀਂ ਪਹਿਲੇ ਇਹਨਾਂ ਨੂੰ ਭੋਜਨ ਛਕਾ ਦਿਓ। ਰਾਣੀ ਸ਼ੁਕਰਗੁਜ਼ਾਰ ਹੋਈ ਕਿ ਮੇਰਾ ਕਾਰਜ ਸੁੱਖ ਆਨੰਦ ਦੇ ਨਾਲ ਇਹ ਨੇਪਰੇ ਚੜ੍ਹ ਜਾਏਗਾ, ਵਰਨਾ ਬਹੁਤ ਵੱਡਾ ਕਰਮ ਹੋ ਗਿਆ ਸੀ। ਰਵਿਦਾਸ ਜੀ ਬਾਹਰ ਚਲੇ ਗਏ ਮਹਿਲਾਂ ਦੇ ਵਿੱਚੋਂ, ਤੇ ਬ੍ਰਾਹਮਣਾਂ ਨੇ ਆਪਣੀਆਂ ਪੰਗਤਾਂ ਲਾ ਲਈਆਂ ਨੇ। ਬੜੇ ਖੁਸ਼ ਹੋਏ ਉਹ ਕਿ ਅਸੀਂ ਰਵਿਦਾਸ ਨੂੰ ਬਾਹਰ ਭੇਜ ਦਿੱਤਾ ਹੈ। ਜਦ ਭੋਜਨ ਛਕਣ ਲੱਗੇ ਨਾ ਬ੍ਰਾਹਮਣ, ਥਾਲੀਆਂ ਲੱਗ ਗਈਆਂ, ਜਦ ਭੋਜਨ ਛਕਣ ਲੱਗੇ, ਇੱਕ ਕ੍ਰਿਸ਼ਮਾ ਇਹੋ ਜਿਹਾ ਅਕਾਲ ਪੁਰਖ ਦਾ ਹੋਇਆ ਕਿ ਕੱਲੇ ਕੱਲੇ ਬ੍ਰਾਹਮਣ ਦੇ ਨਾਲ ਰਵਿਦਾਸ ਭਗਤ ਦਾ ਸਰੂਪ ਬੈਠਾ ਹੈ। ਇਕੱਲੇ ਇਕੱਲੇ ਬ੍ਰਾਹਮਣ ਨੂੰ ਨਜ਼ਰ ਆ ਰਿਹਾ ਵੀ ਮੇਰੇ ਕੋਲ ਵੀ ਰਵਿਦਾਸ ਬੈਠੇ ਨੇ, ਦੂਸਰਾ ਕਹਿੰਦਾ ਮੇਰੇ ਕੋਲ ਵੀ ਬੈਠੇ ਨੇ, ਤੀਸਰਾ ਕਹਿੰਦਾ ਮੇਰੇ ਕੋਲ ਵੀ ਬੈਠੇ ਨੇ। ਸਾਰੇ ਦੇ ਜਿੰਨੇ ਬ੍ਰਾਹਮਣਾਂ ਦੇ ਅੱਗੇ ਭੋਜਨ ਲੱਗਿਆ ਹੋਇਆ ਸੀ, ਸਭ ਦਾ ਭੋਜਨ ਉਵੇਂ ਪਿਆ। ਬ੍ਰਾਹਮਣ ਸਾਰੇ ਦੇ ਸਾਰੇ ਉਲਝ ਗਏ ਨੇ ਕਿ ਹੁਣ ਕੀ ਕਰੀਏ। ਅਸੀਂ ਤੇ ਬਾਹਰ ਭੇਜਿਆ ਸੀ ਇੱਕ ਰਵਿਦਾਸ ਨੂੰ, ਇਹ ਤੇ ਕਈ ਰਵਿਦਾਸ ਭਗਤ ਸਾਡੇ ਨਾਲ ਬੈਠੇ ਨੇ। ਬ੍ਰਾਹਮਣਾਂ ਨੇ ਭੋਜਨ ਛਕ ਲਿਆ, ਰਵਿਦਾਸ ਭਗਤ ਜੀ ਵੀ ਅੰਦਰ ਆਏ। ਝੁਕਣਾ ਤੇ ਹੁਣ ਸੀ, ਇੱਕ ਤੇ ਕਿਤਾਬਾਂ ਪੜ੍ਹ ਪੜ੍ਹ ਕੇ ਬੰਦਾ ਗਿਆਨੀ ਬਣਦਾ ਹੈ, ਇੱਕ ਮਨੁੱਖ ਦੇ ਗੁਰੂ ਦੇ ਸ਼ਬਦ ਸਦਕਾ ਅੰਦਰੋਂ ਝਰਨਾ ਫੁੱਟਦਾ, ਜ਼ਮੀਨ ਅਸਮਾਨ ਦਾ ਅੰਤਰ ਤੇ ਹੋਵੇਗਾ। ਬਹੁਤ ਵੱਡਾ ਅੰਤਰ ਹੁੰਦਾ ਇਹਨਾਂ ਦੇ ਵਿੱਚ। ਬ੍ਰਾਹਮਣਾਂ ਨੂੰ ਰਵਿਦਾਸ ਭਗਤ ਜੀ ਕਹਿੰਦੇ ਵਿਦਿਆ ਤੁਹਾਡੇ ਕੋਲ ਬਹੁਤ ਹੈ, ਮੰਨਣਾ ਤੇ ਪਵੇਗਾ, ਵਿਦਿਆ ਤੁਹਾਡੇ ਕੋਲ, ਪਰ ਜਿਹੜੀ ਤੁਹਾਡੇ ਕੋਲ ਵਿਦਿਆ ਹੈ ਨਾ, ਇਹ ਵਿਦਿਆ ਨੂੰ ਤੁਸੀਂ ਜ਼ਹਿਰ ਦਾ ਰੂਪ ਬਣਾ ਦਿੱਤਾ ਹੈ। ਇਸ ਨੂੰ ਹੈ ਤੁਹਾਡੇ ਕੋਲ ਵਿਦਿਆ, ਪਰ ਇਸ ਨੂੰ ਤੁਸੀਂ ਜ਼ਹਿਰ ਦਾ ਰੂਪ ਬਣਾ ਦਿੱਤਾ ਹੈ। ਜਿਵੇਂ ਗੰਗਾ ਦੇ ਵਿੱਚੋਂ ਕੋਈ ਮਨੁੱਖ ਸੱਚਾ ਤੇ ਸੁੱਚਾ ਪਾਣੀ ਲੈ ਕੇ ਆਵੇ ਗੰਗਾ ਦਾ ਆਪਣੇ ਘਰ ਵਿੱਚ, ਤੇ ਘਰ ਵਿੱਚ ਲਿਆ ਕੇ ਉਸ ਪਾਣੀ ਤੋਂ ਸ਼ਰਾਬ ਤਿਆਰ ਕਰ ਲੇ, ਤੇ ਉਹ ਸ਼ਰਾਬ ਕਿਸੇ ਸੰਤ ਦੇ ਅੱਗੇ ਰੱਖੇ ਕਿ ਇਹ ਗੰਗਾ ਦੇ ਪਾਣੀ ਦੀ ਸ਼ਰਾਬ ਹੈ, ਤੁਸੀਂ ਪੀ ਲਓ। ਹੁਣ ਸੰਤ ਉਸ ਨੂੰ ਨਹੀਂ ਪੀਵੇਗਾ, ਕਿਉਂਕਿ ਜਿਹੜਾ ਨਿਰਮਲ ਜਲ ਗੰਗਾ ਦਾ ਸੀ, ਉਹਦਾ ਰੂਪ ਬਦਲ ਕੇ ਉਹ ਤੋਂ ਕੌੜਾਪਣ ਸ਼ਰਾਬ ਤਿਆਰ ਹੋ ਗਈ ਹੈ। ਕੌੜਾਪਨ ਉਸ ਦਾ ਬਣਾ ਦਿੱਤਾ ਹੈ। ਸੀ ਤੇ ਗੰਗਾ ਦਾ ਜਲ, ਐ ਬ੍ਰਹਮਣੋ ਹੈ ਤੇ ਤੁਹਾਡੇ ਕੋਲ ਪਰਮਾਤਮਾ ਦਾ ਗਿਆਨ, ਸਾਖਸ਼ਤ ਪਰਮਾਤਮਾ ਦਾ ਗਿਆਨ ਹੈ, ਪਰ ਜਿਵੇਂ ਜਿਵੇਂ ਇਹ ਤੁਹਾਡੇ ਹਿਰਦਿਆਂ ਦੇ ਵਿੱਚ ਆਇਆ, ਤੁਹਾਡੇ ਹਿਰਦਿਆਂ ਦੇ ਵਿੱਚ ਇੰਨੀ ਜ਼ਹਿਰ ਪੈਦਾ ਹੋ ਗਈ, ਇੰਨੀ ਜ਼ਹਿਰ ਪੈਦਾ ਹੋ ਗਈ, ਇਸ ਵਿਦਿਆ ਨੂੰ ਵੀ ਤੁਸੀਂ ਕੁੜੱਤਣ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਜਿਹੜਾ ਦੀਪਕ ਤੁਹਾਨੂੰ ਪਰਮਾਤਮਾ ਨੇ ਬਖਸ਼ਿਆ ਸੀ ਕਿ ਇਸ ਦੀਪਕ ਦੇ ਨਾਲ ਆਪਣੇ ਘਰ ਵਿੱਚ, ਆਪਣੇ ਹਿਰਦੇ ਦੇ ਵਿੱਚ ਚਾਨਣਾ ਕਰ ਲਿਓ, ਤੁਸੀਂ ਉਹੀ ਦੀਪਕ ਜਲਾਇਆ ਹਿਰਦੇ ਦੇ ਵਿੱਚ, ਉਸੇ ਦੀਪਕ ਦੇ ਨਾਲ ਆਪਣੇ ਘਰ ਨੂੰ ਅੱਗ ਲਾ ਲਈ ਹੈ, ਸੜ ਕੇ ਤੁਹਾਡਾ ਘਰ ਸੁਆਹ ਹੋ ਗਿਆ ਹੈ। ਅੱਜ ਕਾਲਖ ਹੀ ਕਾਲਖ ਨਜ਼ਰ ਆਉਂਦੀ ਹੈ, ਦੀਪਕ ਨਜ਼ਰ ਨਹੀਂ ਆ ਰਿਹਾ। ਕਿਉਂ? ਕਿਉਂਕਿ ਜਦ ਅੱਗ ਕਿਸੇ ਘਰ ਨੂੰ ਲੱਗਦੀ ਹੈ ਨਾ, ਤੇ ਜਿਹੜੇ ਕਾਰਨ ਕਰਕੇ ਲੱਗੀ ਹੁੰਦੀ ਹੈ, ਜਿਹੜੇ ਦੀਪਕ ਦੇ ਨਾਲ ਲੱਗੀ ਹੁੰਦੀ ਹੈ, ਉਹ ਦੀਪਕ ਵੀ ਉਸੇ ਵਿੱਚ ਜਲ ਜਾਂਦਾ ਹੈ, ਉਹਨੂੰ ਵੀ ਉਹ ਵੀ ਸਵਾਹ ਦਾ ਰੂਪੀ ਬਣ ਜਾਂਦਾ ਹੈ।
ਰਵਿਦਾਸ ਭਗਤ ਜੀਆਂ ਨੇ ਉਹਨਾਂ ਬ੍ਰਾਹਮਣਾਂ ਨੂੰ ਸਮਝਾਇਆ, ਕਹਿੰਦੇ ਤੁਸੀਂ ਇਹਨੂੰ ਆਪਣੀ ਵਿੱਦਿਆ ਨੂੰ ਕੁੜੱਤਣ ਦੇ ਵਿੱਚ ਬਦਲ ਦਿੱਤਾ ਹੈ। ਕੋਈ ਮਨੁੱਖ ਆਪਣੀ ਸਿਆਣਪ ਵਰਤੇ, ਆਪਣੀ ਸਿਆਣਪ ਦੇ ਨਾਲ ਕੌੜੇ ਪਾਣੀ ਨੂੰ ਗੰਗਾ ਦੇ ਵਿੱਚ ਬੋਤਲ ਪਾ ਦੇਵੇ, ਕੌੜੇ ਪਾਣੀ ਨੂੰ ਗੰਗਾ ਦੇ ਵਿੱਚ ਪਾ ਦੇਵੇ, ਤੇ ਉਹ ਜਿਹੜਾ ਕੌੜਾ ਪਾਣੀ ਹੈ ਉਹ ਗੰਗਾ ਦਾ ਰੂਪ ਹੀ ਬਣ ਜਾਂਦਾ ਹੈ, ਉਹ ਗੰਗਾ ਦਾ ਰੂਪ ਹੀ ਬਣ ਜਾਂਦਾ ਹੈ ਕੌੜਾ ਪਾਣੀ। ਸ਼ਰਾਬ ਮਿੱਠੀਆਂ ਚੀਜ਼ਾਂ ਨੂੰ ਕੁੜੱਤਣ ਦੇ ਵਿੱਚ ਬਦਲ ਕੇ ਇੱਕ ਜ਼ਹਿਰ ਬਣਾ ਕੇ ਮਨੁੱਖ ਉਸ ਨੂੰ ਪੀਂਦਾ ਹੈ, ਔਰ ਉਹਦੇ ਜ਼ਹਿਰ ਪੀਣ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਜਿਹੜੇ ਛੁਪੇ ਹੁੰਦੇ ਨੇ, ਕਿਉਂਕਿ ਮਨੁੱਖ ਦੀ ਜ਼ਿੰਦਗੀ ਇੱਕ ਹੁੰਦੀ ਹੈ, ਜਦ ਉਹਨੂੰ ਹਜ਼ਾਰਾਂ ਦੁੱਖ ਘੇਰ ਲੈਂਦੇ ਨੇ ਫਿਰ ਉਹਨੂੰ ਦੁੱਖਾਂ ਤੋਂ ਕੁਝ ਸਮੇਂ ਵਾਸਤੇ ਛੁਟਕਾਰਾ ਪਾਉਣ ਵਾਸਤੇ ਜ਼ਹਿਰ ਪੀਣੀ ਪੈਂਦੀ ਹੈ। ਅਗਰਵਾਈਜ਼ ਜੇ ਦੁੱਖ ਵੀ ਬਹੁਤ ਨੇ, ਹੈ ਵੀ ਬਹੁਤ ਵੱਡੇ ਵੱਡੇ ਨੇ, ਤੇ ਮਨੁੱਖ ਸਾਖਸ਼ਤ ਜ਼ਹਿਰ ਪੀ ਜਾਂਦਾ ਹੈ, ਆਪਣੀ ਜੀਵਨ ਲੀਲਾ ਖਤਮ ਵੀ ਕਰ ਲੈਂਦਾ ਹੈ। ਇੱਕ ਮਨੁੱਖ ਜ਼ਹਿਰ ਪੀ ਕੇ ਜੀਵਨ ਲੀਲਾ ਖਤਮ ਕਰਦਾ ਹੈ, ਇੱਕ ਮਨੁੱਖ ਜ਼ਹਿਰ ਪੀ ਕੇ ਕੁਝ ਸਮੇਂ ਦੁੱਖਾਂ ਤੋਂ ਛੁਟਕਾਰਾ ਚਾਹੁੰਦਾ ਹੈ, ਤੇ ਉਹ ਕੁਝ ਸਮੇਂ ਬਾਅਦ ਜਦ ਉਸ ਦਾ ਨਸ਼ਾ ਉਤਰ ਜਾਂਦਾ ਹੈ, ਦੁੱਖ ਫੇਰ ਬਰਾਬਰ ਖੜ ਜਾਂਦੇ ਨੇ ਆ ਕੇ, ਉਹਨੂੰ ਫੇਰ ਪੀਂਦਾ ਹੈ, ਫੇਰ ਨਸ਼ਾ ਉਤਰ ਜਾਂਦਾ ਹੈ, ਫੇਰ ਪੀਂਦਾ ਹੈ। ਇੰਜ ਮਨੁੱਖ ਲਗਾਤਾਰ ਨਿਰੰਤਰ ਇਸ ਨੂੰ ਪੀਂਦਾ ਰਹਿੰਦਾ ਹੈ। ਕਿਸੇ ਮਨੁੱਖ ਦਾ ਨਸ਼ਾ ਛਡਾਉਣਾ ਹੋਵੇ, ਭਾਵੇਂ ਸ਼ਰਾਬ ਹੋਵੇ, ਭਾਵੇਂ ਕੋਈ ਵੀ ਨਸ਼ਾ ਹੋਵੇ, ਉਹਨੂੰ ਮਨੁੱਖ ਦੇ ਜਿਹੜੇ ਦੁੱਖ ਨੇ ਉਹਦੇ ਦੁੱਖ ਵੰਡਾ ਲਓ, ਮਨੁੱਖ ਨਸ਼ਾ ਆਪਣੇ ਆਪ ਹੀ ਕਰਨਾ ਛੱਡ ਦਊਗਾ। ਪਰ ਦੁੱਖ ਕਿਸੇ ਦੇ ਨਾਲ ਕੋਈ ਵੰਡਾਉਂਦਾ ਨਹੀਂ ਹੈ। ਇਹ ਦੁਨੀਆ ਨੇ ਬੜੇ ਢੰਗ, ਬੜੇ ਆਸਾਨ ਤਰੀਕੇ ਲੱਭੇ ਹੋਏ ਨੇ। ਜਿਹੜਾ ਬੰਦਾ ਦੁਖੀ ਹੈ ਉਹਨੂੰ ਆਸਾਨ ਤਰੀਕੇ ਦੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ ਹੋਰ ਦੀ ਹੋਰ ਦੁੱਖ ਉਹਦੀ ਝੋਲੀ ਵਿੱਚ ਪਾਉਂਦੇ ਨੇ। ਕੋਈ ਦੁੱਖ ਵੰਡਾਉਂਦਾ ਨਹੀਂ। ਤੇ ਜਦ ਕੋਈ ਦੁੱਖ ਵੰਡਾਉਂਦਾ ਹੀ ਨਹੀਂ, ਜਦ ਕੋਈ ਦੁੱਖ ਵੰਡਾਉਂਦਾ ਹੀ ਨਹੀਂ, ਤੇ ਮਨੁੱਖ ਦੇ ਕੋਲ ਦੁੱਖਾਂ ਦੀਆਂ ਪੰਡਾਂ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਨੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ। ਭਾਈ ਬੰਦੀ ਹੇਤ ਚਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਇਹ ਦੁਨੀਆ ਕੈਸੀ ਹੋ ਗਈ ਹੈ, ਮੇਰੇ ਕੋਲ ਇਤਨੇ ਦੁੱਖ ਸਨ, ਸੋਚਿਆ ਸੀ ਕਿ ਕੋਈ ਸਾਲਕ ਮਿੱਤ ਮਿੱਤਰ ਪਿਆਰਾ ਆ ਕੇ ਦੁੱਖ ਵੰਡਾਵੇਗਾ, ਪਰ ਇਹ ਨਾਨਕ ਦੁਨੀਆ ਐਸੀ ਹੋ ਗਈ ਹੈ ਕਿ ਦੁੱਖਾਂ ਦੀਆਂ ਪੰਡਾਂ ਦੇਖ ਕੇ ਆਪਣੇ ਕੋਲ ਦੁੱਖਾਂ ਦੀਆਂ ਪੰਡਾਂ ਹੋਰ ਇਸ ਦੀ ਝੋਲੀ ਦੇ ਵਿੱਚ ਪਾ ਕੇ ਚਲੇ ਜਾਂਦੇ ਨੇ। ਇਹ ਦੁਨੀਆ ਕੈਸੀ ਹੋ ਗਈ ਹੈ, ਕੋਈ ਦੁੱਖ ਵੰਡਾਉਣ ਵਾਸਤੇ ਤਿਆਰ ਨਹੀਂ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿਹੜੇ ਮਨੁੱਖ ਨੇ ਨਸ਼ਾ ਕੀਤਾ ਹੈ, ਜਾਂ ਕਰਦਾ ਹੈ ਜਾਂ ਕਰ ਰਿਹਾ ਹੈ, ਉਹ ਮਨੁੱਖ ਨੂੰ ਲਾਹਣਤਾਂ ਪਾਉਣ ਵਾਲੇ ਲੱਖਾਂ ਲੋਕ ਬੈਠੇ ਨੇ। ਲਾਹਣਤਾਂ ਪਾਉਣ ਵਾਲੇ ਲੱਖਾਂ ਲੋਕ ਬੈਠੇ ਨੇ। ਜਿੰਨੇ ਦੁਨੀਆ ਭਰ ਦੇ ਕਲੰਕ ਨੇ ਉਹ ਸਾਰੇ ਦੇ ਸਾਰੇ ਉਸ ਮਨੁੱਖ ਤੇ ਲਾ ਦਿੱਤੇ ਜਾਂਦੇ ਨੇ, ਪਰ ਕੋਈ ਉਹਦੇ ਦੁੱਖ ਨਹੀਂ ਵੰਡਾਉਂਦਾ। ਅਗਰਵਾਈਜ਼ ਜੇ ਉਹਦੇ ਦੁੱਖ ਵੰਡਾਏ ਜਾਣ, 100 ਦੇ ਵਿੱਚੋਂ 99 ਬੰਦੇ ਨਸ਼ਾ ਛੱਡ ਦੇਣਗੇ। ਦੁੱਖਾਂ ਦੇ ਮਾਰੇ ਸਾਰਾ ਕੁਝ ਕਰਦੇ ਨੇ, ਦੁੱਖ ਵੰਡਾਏ ਜਾਣ ਛੱਡ ਦੇਣਗੇ। ਹੁਣ ਦੁੱਖ ਵੰਡਾਵੇਗਾ ਕੌਣ? ਦੁੱਖ ਵੰਡਾਵੇ ਕੋਈ ਰੱਬ ਦਾ ਪਿਆਰਾ।
ਕਿਹਨੇ ਵੰਡਾਏ? ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਘਰ ਘਰ ਜਾ ਕੇ ਦੁਨੀਆ ਦੇ ਨਾਲ ਦੁੱਖ ਵੰਡਾਏ ਨੇ, ਘਰ ਘਰ ਜਾ ਕੇ ਦੁਨੀਆ ਦੇ ਨਾਲ ਦੁੱਖ ਵੰਡਾਏ ਨੇ। ਤਾਂ ਹੀ ਤੇ ਗੁਰੂ ਨਾਨਕ ਨੂੰ ਦਰਦੀ ਦਾਤਾ ਕਿਹਾ ਜਾਂਦਾ ਹੈ ਕਿ ਦਰਦੀ ਦਾਤੇ ਦੇ ਦਰਦ ਆਇਆ, ਆਪਣਾ ਘਰ-ਬਾਰ ਆਪਣਾ ਸਭ ਕੁਝ ਛੱਡ ਕੇ 4 ਉਦਾਸੀਆਂ ਕੀਤੀਆਂ। ਦੁਨੀਆ ਦੇ ਵਿੱਚ, ਵਿਸ਼ਵ ਦੇ ਵਿੱਚ ਇੰਨਾ ਪੈਂਡਾ ਕਿਸੇ ਨੇ ਵੀ ਸਫ਼ਰ ਨਹੀਂ ਤੈਅ ਕੀਤਾ ਜਿੰਨਾ ਕੇਵਲ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਕੀਤਾ ਹੈ। ਇੰਨਾ ਕੋਈ ਪੈਂਡਾ ਤੈਅ ਨਹੀਂ ਕਰ ਸਕਿਆ। ਔਰ ਘਰ ਘਰ ਜਾ ਕੇ ਦੁੱਖ ਵੰਡਾਇਆ। ਤੇ ਜਦੋਂ ਦੁੱਖ ਵੰਡਾਇਆ ਤੇ ਜਿਹੜੇ ਦੁਨੀਆ ਦੇ ਵਿੱਚ ਐਸੇ ਮਨੁੱਖ ਸਨ, ਬੜੇ ਨਸ਼ਿਆਂ ਦੇ ਵਿੱਚ ਗਲਤਾਨ, ਬੜੀਆਂ ਬੇਈਮਾਨੀਆਂ, ਬੜੀਆਂ ਠੱਗ, ਬੜੇ ਵੱਡੇ ਵੱਡੇ ਚੋਰ, ਜਦੋਂ ਗੁਰੂ ਨਾਨਕ ਨੇ ਜਾ ਕੇ ਦੁੱਖ ਵੰਡਾ ਲਿਆ, ਉਹਨਾਂ ਨੂੰ ਕੌਣ ਬਣ ਗਏ? ਸੰਤ ਬਣ ਗਏ। ਉਹ ਸੰਤ ਬਣ ਗਏ। ਗੁਰੂ ਨਾਨਕ ਨੇ ਵੰਡਾ ਲਏ ਸਭ ਦੇ ਨਾਲ। ਪਰ ਦੁਨੀਆ ਦੁੱਖ ਦਿੰਦੀ ਹੈ। ਦੁਖਿਆਰਾ ਮਨੁੱਖ ਐਸੇ ਕਰਮ ਕਰਦਾ ਹੈ, ਅਕਸਰ ਉਹ ਆਪਣਾ ਮਾਰਗ ਛੱਡ ਕੇ ਅਮਾਰਗ ਤੇ ਚਲਿਆ ਜਾਂਦਾ ਹੈ। ਤੋ ਇਹ ਕਾਰਨ ਮਨੁੱਖ ਦੀ ਅਗਿਆਨਤਾ ਹੈ। ਅਗਿਆਨਤਾ ਤੋਂ ਇਹ ਸਾਰੀਆਂ ਚੀਜ਼ਾਂ ਜਨਮ ਲੈਂਦੀਆਂ ਨੇ। ਵਰਨਾ ਜਿਸ ਦੇ ਅੰਦਰ ਗੁਰੂ ਦਾ ਸ਼ਬਦ ਦਾ ਚਾਨਣਾ ਹੈ, ਉਹ ਮਨੁੱਖ ਐਸਾ ਕਰਮ ਕਦੇ ਨਹੀਂ ਕਰੇਗਾ, ਐਸਾ ਕਰਮ ਨਹੀਂ ਕਰੇਗਾ। ਗੁਰੂ ਦੇ ਸ਼ਬਦ ਦਾ ਚਾਨਣਾ ਜਿਸ ਦੇ ਅੰਦਰ ਹੈ, ਉਹ ਕਦੇ ਐਸਾ ਦੁਨੀਆ ਦਾ ਨਸ਼ਾ ਕਰੇਗਾ ਹੀ ਨਹੀਂ ਜਿਸ ਦੇ ਨਾਲ 5-10 ਘੰਟਿਆਂ ਵਾਸਤੇ ਦੁੱਖ ਦੂਰ ਹੋਣ। ਉਹ ਤੇ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਐਸਾ ਨਸ਼ਾ ਕਰੇਗਾ ਨਾਮ ਦਾ। ਉਹ ਮਨੁੱਖ ਕਦੇ ਬੇਈਮਾਨੀ ਨਹੀਂ ਕਰੇਗਾ, ਕਦੇ ਠੱਗੀ ਨਹੀਂ ਕਰੇਗਾ, ਕਦੇ ਉਹ ਮਨੁੱਖ ਚੋਰੀ ਨਹੀਂ ਕਰੇਗਾ। ਐਸਾ ਮਨੁੱਖ ਨਹੀਂ ਕਰਮ ਕਰੇਗਾ। ਸੋ ਜੇ ਕੋਈ ਮਨੁੱਖ ਇਸ ਮਾਰਗ ਤੇ ਚੱਲ ਰਿਹਾ ਹੈ, ਨਸ਼ਿਆਂ ਵਾਲੇ ਮਾਰਗ ਤੇ ਜਾਂ ਹੋਰ ਮਾਰਗ ਤੇ, ਉਸ ਦੀ ਜੜ ਹੈ ਅਗਿਆਨ। ਉਹਨਾਂ ਨੂੰ ਗਿਆਨ ਦਿੱਤਾ ਜਾਵੇ। ਤੇ ਗਿਆਨ ਕਿੱਥੋਂ ਮਿਲਣਾ ਹੈ? ਗੁਰੂ ਦੇ ਸ਼ਬਦ ਦੇ ਵਿੱਚੋਂ। ਗੁਰੂ ਦੇ ਸ਼ਬਦ ਦਾ ਗਿਆਨ ਕਿਹਨੇ ਦੇਣਾ ਹੈ? ਜਿਹੜੇ ਗੁਰੂ ਦੇ ਸ਼ਬਦ ਦੇ ਲੜ ਲੱਗੇ ਨੇ, ਉਹਨਾਂ ਨੇ ਗਿਆਨ ਦੇਣਾ ਹੈ। ਉਹਨਾਂ ਨੇ ਗਿਆਨ ਦੇਣਾ ਹੈ। ਤੇ ਗਿਆਨ ਕੋਈ ਲੈਣ ਵਾਸਤੇ ਤਿਆਰ ਨਹੀਂ ਹੈ, ਕੋਈ ਦੇਣ ਵਾਸਤੇ ਤਿਆਰ ਨਹੀਂ ਹੈ। ਇਸ ਪੱਖ ਤੋਂ ਤੇ ਜਿਤਨੇ ਧਾਰਮਿਕ ਸਥਾਨ ਨੇ, ਇਹਨਾਂ ਸਾਰਿਆਂ ਦਾ ਇਸ ਪੱਖ ਤੋਂ ਬਿਲਕੁਲ ਜਿਹੜੇ ਮੂਲ ਗੱਲ ਸੀਗੀ ਜਿਹੜੀ ਧਾਰਮਿਕ ਸਥਾਨਾਂ ਦੀ, ਉਸ ਮੂਲ ਗੱਲ ਤੋਂ ਸਾਰੇ ਦੇ ਸਾਰੇ ਪਾਸਾ ਵੱਟ ਗਏ ਨੇ। ਗੁਰੂ ਸਾਹਿਬ ਜੀ ਮਹਾਰਾਜ ਭਗਤ ਰਵਿਦਾਸ ਜੀ ਕਹਿਣ ਲੱਗੇ, ਤੁਸੀਂ ਇਹ ਗੰਗਾ ਦੇ ਜਲ ਨੂੰ ਕੌੜੇਪਣ ਦੇ ਵਿੱਚ ਬਦਲ ਦਿੱਤਾ ਹੈ। ਜਿਹੜੀ ਤੁਹਾਡੇ ਕੋਲ ਵਿਦਿਆ ਸੀ, ਇਹ ਵਿਦਿਆ ਹੁਣ ਤੁਸੀਂ ਕੌੜੀ ਵਿਦਿਆ ਬੋਲਦੇ ਹੋ। ਅੱਜ ਵਿਤਕਰਿਆਂ ਵਾਲੀ ਵਿਦਿਆ ਬੋਲਦੇ ਹੋ ਤੁਸੀਂ। ਤੇ ਉਹ ਜਿਨ੍ਹਾਂ ਨੇ ਗੰਗਾ ਦੇ ਵਿੱਚੋਂ ਜਲ ਲੈਤਾ, ਉਹ ਤੋਂ ਕੌੜਾ ਬਣਾ ਕੇ ਉਹ ਤੋਂ ਸ਼ਰਾਬ ਤਿਆਰ ਕੀਤੀ ਹੈ। ਤੁਸੀਂ ਤੇ ਉਹ। ਅਸੀਂ ਉਹ ਆ ਜਿਹੜਾ ਇਹ ਕੌੜਾਪਣ ਸਾਰੇ ਦਾ ਸਾਰਾ ਅੰਦਰੋਂ ਕੱਢਿਆ ਤੇ ਗੰਗਾ ਦੇ ਵਿੱਚ ਨਾਲ ਰਲ ਕੇ ਗੰਗਾ ਦੇ ਜਲ ਵਰਗੇ ਹੀ ਪਵਿੱਤਰ ਹੋ ਗਏ ਆ। ਕੌੜਾਪਣ ਗੰਗਾ ਵਰਗੇ ਹੀ ਪਵਿੱਤਰ ਹੋ ਗਏ ਆ। ਐ ਬ੍ਰਹਮਣੋ, ਜਿਹੜੀ ਤੁਹਾਡੇ ਕੋਲ ਵਿਦਿਆ ਹੈ, ਇਹਨੂੰ ਤੁਸੀਂ ਜ਼ਹਿਰ ਦਾ ਰੂਪ ਨਾ ਬਣਾਓ, ਅੰਮ੍ਰਿਤ ਦਾ ਰੂਪ ਬਣਾਓ ਇਸ ਨੂੰ, ਜੋ ਤੁਹਾਨੂੰ ਪਰਮਾਤਮਾ ਨੇ ਬਖਸ਼ਿਆ ਹੈ। ਪਰ ਤੁਸੀਂ ਇਹ ਜਿੰਨੀ ਵਿਦਿਆ ਬੋਲਦੇ ਹੋ, ਇਹ ਸਾਰੀ ਦੀ ਸਾਰੀ ਵਿਦਿਆ ਨੂੰ ਤੁਸੀਂ ਆਪਣੇ ਕੁੜੱਤਣ ਦੇ ਵਿੱਚ ਜਾ ਕੇ ਬੋਲਦੇ ਹੋ। ਇਹਨੂੰ ਮਿਠਾਸ ਦੇ ਨਾਲ ਬੋਲੋ ਜਰਾ, ਕਿ ਤੁਹਾਡੀ ਵਿਦਿਆ ਜਿਹੜੀ ਹੈ, ਇਹ ਤੁਹਾਡੇ ਵੀ ਜੀਵਨ ਤੇ ਕੰਮ ਆਵੇ ਤੇ ਕਿਸੇ ਹੋਰ ਜੀਵਨ ਦੇ ਵੀ ਕੰਮ ਆਵੇ। ਤੁਹਾਡੀ ਵਿਦਿਆ ਕਿਸੇ ਨੂੰ ਹੋਰ ਨੂੰ ਜਿਉਣ ਦਾ ਢੰਗ ਵੀ ਸਿਖਾ ਦੇਵੇ। ਰਵਿਦਾਸ ਭਗਤ ਜੀ ਕਹਿਣ ਲੱਗੇ ਕਿ ਤੁਸੀਂ ਸਿਰਮੌਰ ਆਪਣੇ ਆਪ ਨੂੰ ਸਮਝ ਰਹੇ ਹੋ, ਬਹੁਤੀ ਵਿਦਿਆ ਕਰਕੇ ਉੱਚ ਘਰਾਣਿਆਂ ਦੇ ਵਿੱਚ ਤੁਸੀਂ ਪੈਦਾ ਹੋਏ ਹੋ। ਪਰ ਇਹ ਜਿਹੜਾ 5 ਤੱਤਾਂ ਦਾ ਸਰੀਰ ਹੈ, ਕੇਵਲ ਤੇ ਕੇਵਲ ਤੁਸੀਂ ਸਰੀਰ ਦੇਖਿਆ ਸਾਡਾ, ਕਿ ਸਰੀਰ ਬੰਦੇ ਦਾ ਕਿੱਥੇ ਪੈਦਾ ਹੋਇਆ ਹੈ। ਸਰੀਰ ਕਿੱਥੇ ਪੈਦਾ ਹੋਇਆ ਹੈ? ਉਸੇ ਕਰਕੇ ਮਨੁੱਖ ਦੀ ਜਾਤ ਪਾਤ ਬਣਦੀ ਹੈ ਨਾ। ਸਰੀਰ ਕਿਸ ਦੇ ਘਰ ਦੇ ਵਿੱਚ ਪੈਦਾ ਹੋਇਆ ਹੈ?
ਔਰ ਸਰੀਰ ਸਾਰਿਆਂ ਨੂੰ ਪਰਮਾਤਮਾ ਨੇ ਪੰਜ ਤੱਤਾਂ ਦਾ ਬਖਸ਼ਿਆ ਹੋਇਆ ਹੈ। ਤੁਸੀਂ ਕਹਿੰਦੇ ਹੋ ਕਿ ਰਵਿਦਾਸ ਚਮਾਰ ਹੈ, ਇਹ ਸੋਧਰ ਹੈ। ਪੰਜ ਤੱਤਾਂ ਦੇ ਅਸਲੀਅਤ ਉਹੀ ਹੈ ਜਿਹੜਾ ਕੇਵਲ ਤੇ ਕੇਵਲ ਆਪਣੇ ਚੰਮ ਦੀ ਪਰਖ ਕਰਦਾ ਹੈ, ਆਪਣੇ ਚੰਮ ਦੇ ਪਰਖ, ਆਪਣੇ ਚੰਮ ਦੀ ਖਾਤਰ ਹੀ ਕੇਵਲ ਤੇ ਕੇਵਲ ਦੁਨੀਆ ਦੇ ਵਿੱਚ ਭੱਜਦਾ ਰਹਿੰਦਾ ਹੈ। ਆਪਣੇ ਚੰਮ ਨੂੰ ਕੇਵਲ ਤੇ ਕੇਵਲ ਹਾਰ ਸ਼ਿੰਗਾਰ ਲਾਉਂਦਾ ਰਹਿੰਦਾ ਹੈ। ਅੰਦਰ ਦਾ ਹਿਰਦਾ ਇਹਦਾ ਬਿਲਕੁਲ ਕਾਲਾ ਹੋ ਗਿਆ ਹੈ। ਅਸਲੀ ਤੇ ਚਮਾਰ ਉਹ ਨੇ ਜਿਹੜੇ ਚੰਮ ਦੀ ਪਰਖ ਕਰਦੇ ਨੇ, ਕੇਵਲ ਤੇ ਕੇਵਲ ਚੰਮ ਦੀ ਖਾਤਰ ਹੀ ਜਿਹੜੇ ਜਿਉਂ ਰਹੇ ਨੇ। ਚੰਮ ਦੀ ਪਰਖ ਕਰਨ ਵਾਲੇ ਚਮਾਰ ਕੇਵਲ ਚੰਮ ਖਾਤਰ ਜਿਉਂ ਰਹੇ ਨੇ, ਕੇਵਲ ਚੰਮ ਦੀਆਂ ਗੱਲਾਂ। ਜਦ ਵੀ ਗੱਲ ਕਰਨੀ ਹੈ ਕੇਵਲ ਚੰਮ ਦੀ ਗੱਲ। ਤੇ ਚੰਮ ਤੇ ਕੀ ਲੱਗਿਆ ਹੋਇਆ ਹੈ? ਰਸਨਾ ਲੱਗੀ ਹੋਈ ਹੈ, ਨੇਤਰ ਲੱਗੇ ਹੋਏ ਨੇ, ਨਾਸਕਾ ਲੱਗੀ ਹੋਈ ਹੈ। ਇਹਨੂੰ ਕਿੰਨਾ ਕੁਛ ਚੰਮ ਤੇ ਲੱਗਿਆ ਹੋਇਆ ਹੈ। ਕੇਵਲ ਇਸੇ ਕੰਮ ਖਾਤਰ ਮਨੁੱਖ ਬਾਹਰ ਦੀ ਬਾਹਰ ਭੱਜਦਾ ਰਹਿੰਦਾ ਹੈ। ਅੰਦਰੋਂ ਇਸ ਦੇ ਗਿਆਨ ਦਾ ਝਰਨਾ ਕਦੇ ਫੁੱਟਿਆ ਹੀ ਨਹੀਂ ਹੈ। ਜਿਹੜੇ ਕੇਵਲ ਤੇ ਕੇਵਲ ਸਾਰੀ ਜ਼ਿੰਦਗੀ ਆਪਣੇ ਚੰਮ ਦੀ ਪਰਖ ਕਰਦੇ ਰਹਿੰਦੇ ਨੇ, ਆਪਣੇ ਚੰਮ ਦੀ ਸਾਂਭ ਸੰਭਾਲ ਕਰਦੇ ਰਹਿੰਦੇ ਨੇ, ਚੰਮ ਦੀ ਹਾਰ ਸ਼ਿੰਗਾਰ ਲਾਉਂਦੇ ਰਹਿੰਦੇ ਨੇ, ਅਸਲੀ ਚਮਾਰ ਉਹ ਨੇ। ਰਵਿਦਾਸ ਭਗਤ ਚਮਾਰ ਨਹੀਂ ਹੈ। ਰਵਿਦਾਸ ਭਗਤ ਚਮਾਰ ਨਹੀਂ ਹੈ, ਗੁਰਬਾਣੀ ਦੇ ਅਨੁਸਾਰ ਨਹੀਂ ਹੈ। ਉਂਝ ਤੇ ਸਾਰੀ ਦੁਨੀਆ ਕੁਝ ਵੀ ਕਹਿੰਦੀ ਰਵੇ, ਪਰ ਅਸਲੀ ਚੰਮ ਖਾਤਰ ਤੇ ਹੁਣ ਸਾਰੇ ਭਜਦੇ ਨੇ। ਚੰਮ ਦੇ ਖਾਤਰ ਕੌਣ ਨਹੀਂ ਭਜਦਾ? ਬਥੇਰੇ ਐਸੇ ਹੈਗੇ ਨੇ ਜਿਹੜੇ ਵਿਚਾਰੇ ਚੰਮ ਦੇ ਨਾਲ ਜੁੜੇ ਸਾਰੀ ਜ਼ਿੰਦਗੀ ਇਕੱਲੇ ਚੰਮ ਨੂੰ ਹੀ ਧੋਈ ਜਾਂਦੇ ਨੇ, ਇਕੱਲੇ ਚੰਮ ਨੂੰ ਧੋਈ ਜਾਂਦੇ ਨੇ। ਨਾ ਇਹ ਆਪ ਟਿਕਣ, ਨਾ ਦੂਜਿਆਂ ਨੂੰ ਟਿਕਣ ਦੇਣ। ਇਹ ਕੇਵਲ ਤੇ ਕੇਵਲ ਸਾਰੀ ਜ਼ਿੰਦਗੀ ਨਹਾਉਣ ਤੱਕ ਹੀ ਮਤਲਬ ਰੱਖਦੇ ਵੀ ਨਹਾ ਲਓ। ਕੋਈ ਗੱਲ ਨਹੀਂ ਕਿ ਇੱਥੇ ਕੀ ਇਸ਼ਨਾਨ ਕੀਤਾ, ਭਾਵੇਂ 18 ਤੀਰਥਾਂ ਤੇ ਇਸ਼ਨਾਨ ਕਰਕੇ ਆ ਜੀ, ਪਰ ਜੇ ਅੰਦਰੋਂ ਮਨ ਦੀ ਮੈਲ ਨਾ ਉਤਰੀ, ਰੱਬ ਦੀ ਦਰਗਾਹ ਦੇ ਵਿੱਚ ਬੰਦਾ ਪ੍ਰਵਾਨ ਨਹੀਂ ਹੋਣਾ। ਭਾਵੇਂ ਦਿਨ ਦੇ ਵਿੱਚ ਦੀ 5-5 ਵਾਰੀ ਇਸ਼ਨਾਨ ਕਰ ਲਿਓ। ਗੱਲ ਬਾਹਰੀ ਇਸ਼ਨਾਨ ਦੀ ਨਹੀਂ ਹੈ, ਇੱਥੇ ਗੱਲ ਅੰਦਰ ਦੀ ਹੈ। ਅੰਦਰ ਹਿਰਦਾ ਸਾਫ਼ ਕਰਨ ਦੀ ਗੱਲ ਹੈ। ਗੁਰਬਾਣੀ ਕਿਸੇ ਨੂੰ ਇੱਥੋਂ ਨਵਾ ਧਵਾ ਕੇ ਨਹੀਂ ਤੋਰਦੀ। ਗੁਰਬਾਣੀ ਮਨੁੱਖ ਦੇ ਅੰਦਰ ਦੀ ਮੈਲ ਕੱਢਣ ਦੇ ਯਤਨ ਕਰਦੀ ਹੈ। ਜਿੰਨੇ ਗੁਰੂ ਦੇ ਸ਼ਬਦ ਨੇ ਕਿ ਸਾਰੇ ਸ਼ਬਦਾਂ ਨਾਲ ਮਨੁੱਖ ਦੇ ਅੰਦਰ ਗਿਆਨ ਜਾਵੇ, ਤੇ ਅੰਦਰ ਦੀ ਜਿਹੜੀ ਮੈਲ ਹੈ, ਅੰਦਰ ਜਿਹੜੀਆਂ ਇਹਦੇ ਬੇਈਮਾਨੀਆਂ ਛੁਪੀਆਂ ਹੋਈਆਂ ਨੇ, ਚੋਰੀ ਛੁਪੀ ਹੋਈ ਹੈ, ਠੱਗੀ ਛੁਪੀ ਹੋਈ ਹੈ, ਇਹ ਸਾਰੀ ਦੀ ਸਾਰੀ ਮੈਲ ਮਨੁੱਖ ਦੇ ਅੰਦਰੋਂ ਨਿਕਲ ਜਾਵੇ। ਗੁਰਬਾਣੀ ਇਹ ਕਰਮ ਕਰਦੀ ਹੈ। ਗੁਰਬਾਣੀ ਇਹ ਕਰਮ ਕਰਦੀ ਹੈ। ਸੋ ਸਤਿਗੁਰੂ ਮਹਾਰਾਜ ਜੀਆਂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਰਵਿਦਾਸ ਭਗਤ ਜੀਆਂ ਨੇ ਬ੍ਰਾਹਮਣਾਂ ਨੂੰ ਉਪਦੇਸ਼ ਦਿੱਤਾ ਕਿ ਜੋ ਤੁਹਾਡੇ ਕੋਲ ਵਿਦਿਆ ਹੈ, ਇਸ ਵਿਦਿਆ ਦਾ ਤੁਸੀਂ ਸਹੀ ਇਸਤੇਮਾਲ ਕਰੋ। ਵਿਦਿਆ ਇੱਕੋ ਹੀ ਹੈ, ਦੁੱਧ ਇੱਕੋ ਹੀ ਹੈ। ਸੱਪ ਨੂੰ ਪਿਆਓਗੇ ਜ਼ਹਿਰ ਬਣੂਗਾ, ਬੰਦੇ ਨੂੰ ਪਿਆਓਗੇ ਬੰਦਾ ਬਲਵਾਨ ਬਣੇਗਾ। ਦੁੱਧ ਤੇ ਇੱਕੋ ਹੀ ਹੈ। ਇਹ ਤੇ ਮਨੁੱਖ ਨੇ ਸੋਚਣਾ ਕਿ ਉਸ ਦੀ ਵਰਤੋਂ ਕਿਵੇਂ ਕਰਨੀ ਹੈ। ਜੀਵਨ ਇੱਕੋ ਮਿਲਿਆ 84 ਲੱਖ ਜੋਨ ਤੋਂ ਬਾਅਦ, ਇਸ ਤੋਂ ਬਾਅਦ ਪਤਾ ਨਹੀਂ ਜਾਂ ਮਿਲੇਗਾ ਜਾਂ ਨਾ। ਇੱਕੋ ਜੀਵਨ ਮਿਲਿਆ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸੁਚੱਜੇ ਢੰਗ ਦੇ ਨਾਲ ਜਿਉਣਾ, ਨਹੀਂ ਆ ਪਸ਼ੂਆਂ ਵਾਲੀ ਜ਼ਿੰਦਗੀ ਦੇ ਤੇਰੇ ਵਾਸਤੇ ਗਾਹਾਂ ਵਾਲੀ ਜ਼ਿੰਦਗੀ ਪਈ ਹੈ। ਅੰਤ ਕਾਲ ਜੋ ਲక్ష్ਮੀ ਸਿਪਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਾਲੇ ਉਤਰੈ। ਜੇ ਕੱਲੀ ਮਾਇਆ ਦੇ ਮਗਰ ਭੱਜੇਗਾ, ਮਾਇਆ 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 ਇਕੱਠੀ ਕਰਦਾ ਰਹੇਗਾ, ਅੰਤ ਦੇ ਸਮੇਂ ਤੇਰੇ ਮਾਇਆ ਯਾਦ ਆਊਗੀ। ਅਗਲਾ ਜਨਮ ਸੱਪ ਦਾ ਤੇਰੇ ਵਾਸਤੇ ਤਿਆਰ ਪਿਆ। ਸੱਪ ਦਾ ਜਨਮ ਤਿਆਰ ਪਿਆ ਤੇਰੇ ਵਾਸਤੇ। ਇਹ ਕਈ ਜਨਮ ਗੁਰਬਾਣੀ ਨੇ ਨਾ ਸਪਸ਼ਟ ਲਫ਼ਜ਼ਾਂ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਨੇ ਦਰਜ ਕੀਤੇ ਨੇ। ਖੈਰ ਆਪਣੇ ਕੋਲ ਇੰਨਾ ਸਮਾਂ ਨਹੀਂ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਮੈਂ ਸਮੇਂ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ, ਕਿਉਂਕਿ ਸੰਗਤਾਂ ਨੇ ਬਹੁਤ ਆਪਣੇ ਘਰਾਂ ਦੇ ਕੰਮ ਧੰਦੇ ਕਰਨੇ ਹੁੰਦੇ ਨੇ। ਰਵਿਦਾਸ ਭਗਤ ਦਾ ਉਪਦੇਸ਼ ਬ੍ਰਾਹਮਣਾਂ ਨੂੰ ਕਿ ਤੁਸੀਂ ਜਿਹੜੀ ਤੁਹਾਡੇ ਕੋਲ ਵਿਦਿਆ ਹੈ, ਇਹ ਵਿਦਿਆ ਦਾ ਸਹੀ ਇਸਤੇਮਾਲ ਕਰੋ ਤੇ ਪਰਮਾਤਮਾ ਤੱਕ ਆਪ ਵੀ ਪਹੁੰਚ ਜਾਓ, ਹੋਰਨਾਂ ਨੂੰ ਵੀ ਕਿਸੇ ਨੂੰ ਨਾਲ ਲੈ ਕੇ ਜਾਓ। ਸੋ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਸਮਾਪਤੀ ਦਾ ਟਾਈਮ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।